ਵੈਲਕਮ ਇਨ ਦੀ ਕਲਾਸ। ਅੱਜ ਆਪਣਾ ਯੂਨਿਟ ਸੈਕਿੰਡ ਦਾ ਚੈਪਟਰ ਸੈਕਿੰਡ ਦਾ 4th ਆਰਟੀਕਲ 2.04 ਆਰਟੀਕਲ ਸਲਾਈਡ ਵਾਇਰ ਬ੍ਰਿਜ। ਹੁਣ ਸਲਾਈਡ ਵਾਇਰ ਬ੍ਰਿਜ ਕੀ ਹੁੰਦਾ ਤੇ ਪੋਟੈਂਸ਼ੀਓਮੀਟਰ ਕੀ ਹੁੰਦਾ ਉਹ ਆਪਾਂ ਇਸ ਵੀਡੀਓ ਦੇ ਵਿੱਚ ਕੰਪਲੀਟ ਕਰਾਂਗੇ। ਸਭ ਤੋਂ ਪਹਿਲਾਂ ਤਾਂ ਸਲਾਈਡ ਵਾਇਰ ਬ੍ਰਿਜ ਕੀ ਆ, ਇਹਦਾ ਸੈਕਿੰਡ ਨੇਮ ਵੀ ਆਪਣੇ ਕੋਲ ਕੀ ਆ, ਮੀਟਰ ਬ੍ਰਿਜ, ਕਿ ਇਹਨੂੰ ਆਪਾਂ ਮੀਟਰ ਬ੍ਰਿਜ ਵੀ ਕਹਿ ਦਿੰਦੇ ਹਾਂ। ਤੇ ਕਿਹੜੇ ਪ੍ਰਿੰਸੀਪਲ ਦੇ ਉੱਪਰ ਬੇਸ ਆਪਾਂ ਨੂੰ ਕਿਵੇਂ ਬਣਾਇਆ, ਇੱਕ ਕਿਵੇਂ ਬਣਾਇਆ ਗਿਆ ਆਪਣੇ ਕੋਲੇ, ਜਿਹੜਾ ਆਪਾਂ ਵੀਟਸਟੋਨ ਬ੍ਰਿਜ ਪੜ੍ਹ ਕੇ ਆਉਂਦਾ ਸੀ ਉਹਦੀ ਬੈਲੈਂਸਡ ਕੰਡੀਸ਼ਨ ਦੇ ਉੱਪਰ, ਕਿ ਵੀਟਸਟੋਨ ਬ੍ਰਿਜ ਜਦੋਂ ਬੈਲੈਂਸ ਸਟੇਟ ਦੇ ਵਿੱਚ ਆ ਰਿਹਾ ਆਪਾਂ ਉਸ ਬੇਸ ਦੇ ਉੱਪਰ ਉਸ ਪ੍ਰਿੰਸੀਪਲ ਦੇ ਉੱਪਰ ਹੀ ਸਲਾਈਡ ਵਾਇਰ ਬ੍ਰਿਜ ਨੂੰ ਬਣਾਇਆ ਹੋਇਆ। ਦੈਟ ਇਜ਼ ਵੈਨ ਵੀਟਸਟੋਨ ਬ੍ਰਿਜ ਇਜ਼ ਬੈਲੈਂਸਡ, ਕਿ ਜਦੋਂ ਹੁਣ ਆਪਾਂ ਵੀਟਸਟੋਨ ਬ੍ਰਿਜ ਨੂੰ ਬੈਲੈਂਸ ਕਰ ਦਿੰਦੇ ਹਾਂ ਤਾਂ ਆਪਣੀ ਕੰਡੀਸ਼ਨ ਕੀ ਆਉਂਦੀ ਸੀ, P/Q ਇਜ਼ ਇਕੁਅਲ ਟੂ R/X। P ਤੇ Q ਆਪਣੇ ਕੋਲ ਰੇਸ਼ੋ ਆਰਮਸ ਸੀਗੀਆਂ, R ਆਪਣੇ ਕੋਲ ਕੀ ਸੀਗੀ, ਬੇਅਰਿੰਗ ਰੈਜ਼ਿਸਟੈਂਸ, ਕਿ ਆਪਾਂ ਰੈਜ਼ਿਸਟੈਂਸ ਦੀ ਵੈਲਿਊ ਨੂੰ ਚੇਂਜ ਕਰ ਦਿੰਦੇ ਹਾਂ, ਤੇ X ਆਪਣੇ ਕੋਲ ਕੀ ਸੀਗਾ, ਅਨਨੋਨ ਰੈਜ਼ਿਸਟੈਂਸ, ਜਿਹਦੀ ਵੈਲਿਊ ਆਪਾਂ ਫਾਈਂਡ ਕਰਨੀ ਸੀਗੀ। ਤਾਂ ਹੁਣ ਉਵੇਂ ਇਹਦੇ ਵਿੱਚ ਕੀ ਆ, ਕੰਸਟਰਕਸ਼ਨ ਦੇ ਵਿੱਚ ਇਹ ਕਿਵੇਂ ਮਿਲ ਕੇ ਬਣਿਆ ਹੋਇਆ, ਕਿ ਆਪਾਂ ਇਹਨੂੰ ਕਿਵੇਂ ਬਣਾਉਂਦੇ ਆ, ਤਾਂ ਉਹ ਕੰਸਟਰਕਸ਼ਨ ਦੇ ਵਿੱਚ ਤੁਸੀਂ ਸਾਰਾ ਲਿਖੋਗੇ। ਤਾਂ ਇਹ ਸਭ ਤੋਂ ਪਹਿਲਾਂ ਕੀ ਆ, ਇੱਕ ਵੁਡਨ ਬੋਰਡ ਦਾ ਬਣਿਆ ਹੋਇਆ, ਕਿ ਜਿਹੜਾ ਆਪਣੇ ਕੋਲ ਇੱਕ ਲੱਕੜ ਦਾ ਪੀਸ ਆਪਾਂ ਲੈ ਕੇ ਚੱਲ ਰਹੇ ਹਾਂ, ਤਾਂ ਬੋਰਡ ਬਣਾਇਆ ਹੋਇਆ ਆਪਾਂ ਲੱਕੜ ਦਾ, ਤੇ ਉਹਦੇ ਉੱਪਰ ਆਪਾਂ ਕੌਨਸਟੈਂਟਨ ਵਾਇਰ AC ਉਹ ਲਗਾਈ ਹੋਈ ਆ, ਤੇ ਇਸ ਵਾਇਰ ਦੀ ਲੈਂਥ ਕਿੰਨੀ ਆਪਣੇ ਕੋਲ 1 ਮੀਟਰ। ਫਿਰ ਆਪਾਂ ਕਿੱਥੋਂ ਤੋਂ ਕਿੱਥੇ ਤੱਕ ਫਿੱਟ ਕੀਤਾ ਹੋਇਆ, ਜਿਹੜੇ ਦੋ ਐਂਡ ਸੀਗੇ ਕਾਪਰ ਸਟ੍ਰਿਪਸ ਨੇ A ਤੇ C, ਉਹਦੇ ਵਿਚਕਾਰ ਆਪਾਂ ਕੌਨਸਟੈਂਟਨ ਵਾਇਰ ਲਗਾਈ ਆ। ਤੇ ਇੱਕ ਹੋਰ ਆਪਾਂ ਉਹਦੇ ਨਾਲ ਲਗਾਇਆ ਮੀਟਰ ਸਕੇਲ, ਕਿ ਇਹਦੇ ਤੋਂ ਆਪਾਂ ਵਾਇਰ ਦੀ ਲੈਂਥ ਮੈਜਰ ਕਰ ਸਕਦੇ ਹਾਂ। ਤਾਂ ਜਿੱਥੇ ਆਪਾਂ ਵਾਇਰ ਲਗਾਈ ਹੋਈ ਆ ਉਹਦੇ ਪੈਰਲਲ ਦੇ ਵਿੱਚ ਹੀ ਆਪਾਂ ਇੱਕ ਮੀਟਰ ਸਕੇਲ ਲਗਾਇਆ। ਇੱਕ ਹੋਰ ਆਪਾਂ ਸੈਂਟਰਲ ਕਾਪਰ ਸਟ੍ਰਿਪ ਆ ਜਿਹੜੀ, ਉਹ ਵੀ ਆਪਾਂ ਫਿੱਟ ਕੀਤੀ ਹੋਈ ਆ ਵੁਡਨ ਬੋਰਡ ਦੇ ਉੱਪਰ, ਜਿਹੜੀ ਦੋ ਗੈਪ ਸ਼ੋ ਕਰ ਰਹੀ ਆ। ਤਾਂ ਉਹਨਾਂ ਦੋਨੋਂ ਗੈਪ ਦੇ ਅਕ੍ਰੋਸ ਆਪਾਂ ਕੀ ਲਗਾਇਆ ਹੋਇਆ, ਇੱਕ ਰੈਜ਼ਿਸਟੈਂਸ ਆਪਾਂ R ਲਗਾਇਆ ਤੇ ਇੱਕ ਅਨਨੋਨ ਰੈਜ਼ਿਸਟੈਂਸ ਆਪਾਂ X ਲਗਾਇਆ ਹੋਇਆ। ਤੇ ਜਿਹੜੇ ਨਾਲ ਗਲਵੈਨੋਮੀਟਰ ਕਨੈਕਟ ਕੀਤਾ ਹੋਇਆ ਉਹਦਾ ਇੱਕ ਟਰਮੀਨਲ ਆਪਾਂ ਇੱਥੇ ਲਗਾ ਰਹੇ ਹਾਂ, ਟਰਮੀਨਲ D ਦੇ ਨਾਲ। ਤੇ ਮੇਨ ਨਾਲ ਇਹਦੀ ਕੰਡੀਸ਼ਨ ਕੀ ਆ, ਕਿ ਜਿਹੜਾ ਸੈਂਟਰਲ ਕਾਪਰ ਸਟ੍ਰਿਪ ਆ ਆਪਣੇ ਕੋਲੇ ਗਲਵੈਨੋਮੀਟਰ ਦਾ ਇੱਕ ਐਂਡ ਆਪਣੇ ਕੋਲ ਕਿੱਥੇ ਕਨੈਕਟ ਹੋ ਜਾਊਗਾ, D ਦੇ ਨਾਲ, ਤੇ ਦੂਜਾ ਐਂਡ ਆਪਣੇ ਕੋਲ ਕਿਹਦੇ ਨਾਲ ਕਨੈਕਟ ਹੋ ਜਾਊਗਾ, ਜੋਕੀ ਦੇ ਨਾਲ। ਇਸ ਜੋਕੀ ਨੂੰ ਹੀ ਆਪਾਂ ਇਸ ਵਾਇਰ ਦੇ ਉੱਪਰ ਮੂਵ ਕਰਵਾਉਂਦੇ ਨੇ। ਤਾਂ ਹੁਣ ਸਰਕਟ ਆਪਣੇ ਕੋਲ ਕੀ ਸੇਮ ਬਣ ਜਾਊਗਾ ਜਿਵੇਂ ਆਪਾਂ ਵੀਟਸਟੋਨ ਬ੍ਰਿਜ ਦੀ ਗੱਲ ਕਰਕੇ ਆਏ ਸੀ, ਜਿਵੇਂ ਪੜ੍ਹ ਕੇ ਆਉਂਦਾ ਸੀ ਆਪਾਂ ਉਹਦੇ ਵਿੱਚ। ਤਾਂ ਜਿਹੜੀ ਰੈਜ਼ਿਸਟੈਂਸ ਲਗਾਈ ਹੋਈ ਆ ਆਪਾਂ A ਤੇ B ਦੇ ਵਿਚਕਾਰ, ਤਾਂ B ਤੇ ਆਪਣੇ ਕੋਲ ਕੀ ਜਿੱਥੇ ਜਾ ਕੇ ਜੋਕੀ ਨੇ ਮੂਵ ਕਰਵਾਉਣਾ ਸ਼ੁਰੂ ਕੀਤਾ ਤੇ ਗਲਵੈਨੋਮੀਟਰ ਦੇ ਵਿੱਚ ਕੋਈ ਡਿਫਲੈਕਸ਼ਨ ਨਹੀਂ ਹੋਊਗੀ, ਆਪਾਂ ਉਹ ਪੁਆਇੰਟ ਨੋਟ ਕਰਨਾ। ਤਾਂ ਹੁਣ ਇਹ ਆਪਣੇ ਕੋਲ ਕੀ ਰਿਪਰੈਜ਼ੈਂਟ ਕਰਨਗੇ, A ਤੇ B ਜਿਹੜੇ ਪੁਆਇੰਟਸ ਦਿੱਤੇ ਹੋਏ ਰੇਸ਼ੋ ਆਰਮਸ, ਤੇ ਜਿਹੜੇ B ਤੇ C ਦੇ ਵਿਚਕਾਰ ਆਪਾਂ ਵਾਇਰ ਲਗਾਈ ਹੋਈ ਆ ਉਹਨੇ ਕੀ ਰਿਪਰੈਜ਼ੈਂਟ ਕਰਨਾ ਹੈ, Q ਨੂੰ। ਤੇ ਇਸੇ ਕਰਕੇ ਜਦੋਂ ਬ੍ਰਿਜ ਬੈਲੈਂਸ ਹੋ ਜਾਊਗਾ ਤਾਂ ਆਪਣੇ ਕੋਲ ਕੀ ਕੰਡੀਸ਼ਨ ਆ ਜਾਊਗੀ, P/Q ਇਜ਼ ਇਕੁਅਲ ਟੂ R/X। ਹੁਣ ਇਹਦੇ ਐਪਲੀਕੇਸ਼ਨਸ ਕੀ ਆ, ਕਿ ਆਪਾਂ ਇਹਨਾਂ ਨੂੰ ਕਿੱਥੇ ਯੂਜ਼ ਕਰਦੇ ਆ, ਆਪਾਂ ਉਹ ਵੀ ਇਹਨਾਂ ਦੇ ਵਿੱਚ ਪੜਾਂਗੇ। ਤਾਂ ਸਭ ਤੋਂ ਪਹਿਲਾਂ ਆਪਣੇ ਕੋਲ ਹੈਗਾ ਕਿ ਜੇ ਕਿਸੇ ਅਨਨੋਨ ਰੈਜ਼ਿਸਟੈਂਸ ਦੀ ਵੈਲਿਊ ਆਪਾਂ ਫਾਈਂਡ ਕਰਨੀ ਆ, ਤਾਂ ਹੁਣ ਇਹਨਾਂ ਦੇ ਵਿੱਚ ਕੀ ਆ, ਜੇ ਅਨਨੋਨ ਵੈਲਿਊ ਆਪਾਂ ਫਾਈਂਡ ਕਰਨਾ ਚਾਹੁੰਦੇ ਆ ਰੈਜ਼ਿਸਟੈਂਸ X ਦੀ, ਤਾਂ ਆਪਾਂ ਇਸ ਤਰ੍ਹਾਂ ਸਾਰਾ ਸਰਕਟ ਨੂੰ ਅਰੇਂਜ ਕਰ ਲੈਣਾ। ਤੇ ਜਦੋਂ ਬ੍ਰਿਜ ਨੂੰ ਆਪਾਂ ਬੈਲੈਂਸ ਕਦੋਂ ਕਹਿੰਦੇ ਆ, ਕਿ ਜਦੋਂ ਆਪਾਂ ਵਾਇਰ ਦੇ ਉੱਪਰ ਜੋਕੀ ਨੂੰ ਮੂਵ ਕਰਵਾਉਂਦੇ ਆ, ਜਿਹੜਾ ਆਪਾਂ ਗਲਵੈਨੋਮੀਟਰ ਦੇ ਨਾਲ ਕਨੈਕਟ ਕੀਤਾ ਹੋਇਆ ਹੈ B ਵਾਲਾ ਪੁਆਇੰਟ, ਜਿਹੜੇ ਇੱਥੇ ਆਪਾਂ ਸ਼ੋਅ ਕੀਤਾ, ਕਿ ਇਸ ਵਾਇਰ ਦੇ ਨਾਲ ਆਪਾਂ ਕੀ ਕਨੈਕਟ ਕਰ ਦਿੰਦੇ ਆ, ਜੋਕੀ, ਤੇ ਉਸ ਜੋਕੀ ਨੂੰ ਆਪਾਂ ਵਾਇਰ ਦੇ ਉੱਪਰ ਮੂਵ ਕਰਵਾਉਣਾ ਸ਼ੁਰੂ ਕਰਦੇ ਆ। ਤੇ ਮੂਵ ਆਪਾਂ ਕਿਵੇਂ ਕਰਵਾਉਂਦੇ ਆ, ਕਿ ਗਲਵੈਨੋਮੀਟਰ ਕੋਈ ਵੀ ਡਿਫਲੈਕਸ਼ਨ ਨਾ ਦੇਵੇ। ਇਸੇ ਕਰਕੇ ਜਿਹੜੀ ਆਪਣੇ ਕੋਲ ਰੈਜ਼ਿਸਟੈਂਸ ਲਗਾਈ ਹੋਈ ਆ R ਦੀ ਵੈਲਿਊ ਆ ਲੈਫਟ ਗੈਪ ਦੇ ਵਿੱਚ, ਇਹਨੂੰ ਆਪਾਂ ਚੇਂਜ ਕਰਦੇ ਰਹਿੰਦੇ ਆ, ਇੰਟਰੋਡਿਊਸ ਕਰਵਾਉਂਦੇ ਆ ਰੈਜ਼ਿਸਟੈਂਸ ਬਾਕਸ R ਦੇ ਵਿੱਚੋਂ। ਤੇ ਇਹਦੀ ਵੈਲਿਊ ਆਪਾਂ ਇੱਦਾਂ ਐਡਜਸਟ ਕਰ ਦਿੰਦੇ ਆ, ਐਡਜਸਟ ਸੋ ਐਸ ਟੂ ਕਿ ਜਿਹੜਾ ਆਪਣੇ ਕੋਲੇ ਬੈਲੈਂਸ ਪੁਆਇੰਟ ਆ ਰਿਹਾ ਉਹਨੂੰ ਆਪਾਂ ਫਾਈਂਡ ਕਰ ਸਕੀਏ। ਇਸ ਤਰ੍ਹਾਂ ਆਪਾਂ ਇਹਦੀ ਵੈਲਿਊ ਐਡਜਸਟ ਕਰਨੀ। ਤਾਂ ਜਿਹੜੇ ਆਪਾਂ R ਦੀ ਵੈਲਿਊ ਨੂੰ ਐਡਜਸਟ ਕਰਦੇ ਆ, ਤਾਂ ਜਿਹੜਾ ਬੈਲੈਂਸ ਪੁਆਇੰਟ ਆ ਉਹ ਕਿੱਥੇ ਲਾਈ ਕਰਦਾ ਹੈ, 35 ਸੈਂਟੀਮੀਟਰ ਤੇ 65 ਸੈਂਟੀਮੀਟਰ ਦੇ ਵਿਚਕਾਰ। ਇਸ ਕੰਡੀਸ਼ਨ ਦੇ ਲਈ ਆਪਾਂ ਸਿਰਫ ਇੱਕ ਐਗਜ਼ਾਮਪਲ ਲੈ ਕੇ ਚੱਲ ਰਹੇ ਹਾਂ। ਤਾਂ ਜਦੋਂ ਬ੍ਰਿਜ ਨੂੰ ਆਪਾਂ ਬੈਲੈਂਸ ਸਟੇਟ ਦੇ ਵਿੱਚ ਲੈ ਕੇ ਆਂਦਾ, ਤਾਂ ਆਪਾਂ ਸਪੋਜ਼ ਕੀਤਾ ਕਿ AB ਜਿਹੜੀ ਆਹ ਵਾਲੀ ਲੈਂਥ ਸੀਗੀ ਇਹ ਕਿੰਨੀ ਆ, L। ਹੁਣ ਕਿਉਂਕਿ ਆਪਣੇ ਕੋਲ ਸਾਰੀ 1 ਮੀਟਰ ਦੀ ਵਾਇਰ ਲਗਾਈ ਹੋਈ ਆਪਾਂ, ਤਾਂ ਮੀਟਰ ਸਕੇਲ ਦੇ ਉੱਪਰ ਆਪਾਂ ਲੈਂਥ ਨੂੰ ਮੈਜਰ ਕਰ ਸਕਦੇ ਹਾਂ। ਹੁਣ AB ਜੇ ਆਪਣੇ ਕੋਲ L ਦੇ ਇਕੁਅਲ ਆ, ਹੁਣ ਆਹ 1 ਮੀਟਰ ਦੇ ਵਿੱਚ ਕਿੰਨੇ ਆਪਣੇ ਕੋਲ ਸੈਂਟੀਮੀਟਰ ਨੇ, 100। ਤਾਂ ਬਾਕੀ ਪਿੱਛੇ ਕਿਵੇਂ ਲਿਖ ਸਕਦੇ ਆ, ਆਪਣੇ ਕੋਲ ਜਿਹੜੀ ਪਿੱਛੇ ਲੈਂਥ ਰਹਿ ਜਾਊਗੀ B ਤੋਂ C ਤੱਕ 100 - L, ਫਿਰ ਹੀ ਆਪਣੇ ਕੋਲ ਟੋਟਲ ਲੈਂਥ ਕਿੰਨੀ ਆਊਗੀ, 100 ਸੈਂਟੀਮੀਟਰ। ਤਾਂ ਹੁਣ ਇਹਦੇ ਵਿੱਚ ਕੀ ਆ, ਕਿ ਜੇ ਆਪਾਂ ਵਾਇਰ ਦੀ ਰੈਜ਼ਿਸਟੈਂਸ ਆ ਦੋ ਪੁਆਇੰਟਸ ਦੇ ਵਿਚਕਾਰ A ਤੇ B ਦੇ ਵਿੱਚ P ਲੈ ਕੇ ਚੱਲੇ ਆ, ਤੇ ਜਿਹੜੀ B ਤੇ C ਦੇ ਵਿਚਕਾਰ ਆ ਉਹਨੂੰ ਆਪਾਂ Q ਲੈ ਕੇ ਚੱਲ ਰਹੇ ਆ। ਤੇ ਜਿਹੜਾ ਆਪਣੇ ਕੋਲ ਮੀਟਰ ਬ੍ਰਿਜ ਦਿੱਤਾ ਹੋਇਆ ਉਸ ਵਾਇਰ ਦਾ ਏਰੀਆ ਆਪਣੇ ਕੋਲ ਕੀ ਯੂਨੀਫਾਰਮ ਆ, ਚੇਂਜ ਨਹੀਂ ਹੋ ਰਿਹਾ। ਤਾਂ P ਆਪਣੇ ਕੋਲ ਡਾਇਰੈਕਟਲੀ ਪ੍ਰਪੋਰਸ਼ਨਲ ਕਿਹਦੇ ਆ, L ਦੇ।
क्योंकि आपां इस पोर्शन की लेंथ कितनी ली सी L, तो क्यू कि प्रपोर्शनल हो जाऊगा 100 माइनस L, क्योंकि आपां उहनूं टोटल दे विचों माइनस कर देना। हुण आपां रेशो आर्म्स किवें फाइंड करांगे, P बाई क्यू करके, तो P की वैल्यू कितनी आ L, क्यू की वैल्यू कितनी आ 100 माइनस L। बट अपने को व्हीटस्टोन ब्रिज का प्रिंसीपल की कहता सी, की डिफाइन करता सी कि P बाई क्यू कि इक्वल आऊगा R अपॉन X के। तो इतों R की वैल्यू आपां रीअरेंज करके X अननोन रजिस्टेंस सी जी वैल्यू आपां फाइंड आउट करना चाहते हैं, वो कढ़ सकते हैं, क्योंकि P बाई क्यू कि इक्वल हो गया R अपॉन X। हम दोनों कंपेयर करो, लैफ्ट हैंड साइड इक्वल आ तो राइट हैंड साइड इक्वल आ जाऊगी। तो हम इतों X की वैल्यू कितनी हो जाएगी, क्रॉस मल्टीप्लाई करके X इज इक्वल टू R 100 माइनस L अपॉन L। नैक्सट है जे अपने को दो अननोन रजिस्टेंस दिते हुए उन्होंने वैल्यू में कंपेयर करना। हम दो अननोन रजिस्टेंस R1 तो R2 जो आप कंपेयर करना चाहते हैं, तो सर्किट की अरेंजमेंट अपने को इस तरह ही आऊगी। तो सब तो पहला आप रजिस्टेंस R1 कनैक्ट करांगे, जोड़ा अपने को अननोन रजिस्टेंस दिता होया X। इत्थे तो आप फाइंड करनी सी वैल्यू कि उहदी रजिस्टेंस की वैल्यू कितनी आ। हम आप कंपेयर करना, तो X की जगह पर जी अपन फस्ट रजिस्टेंस गिवन आ उन्होंने लगावांगे, सैकेंड टाइम जी सैकेंड रजिस्टेंस R2 गिवन आ उन्होंने लगावांगे आप। तो फिर आप जॉकी वो उपर मूव करवाना शुरू करते हैं, मीटर ब्रिज की जी वायर लगाई हुई आ, तो आपू इस तरह रजिस्टेंस की वैल्यू में एडजस्ट करांगे। जोड़ा आप फस्ट रजिस्टेंस बॉक्स लिया होया R, ये आप वैल्यूज़ में चेंज करी जाना रजिस्टेंस दियां, तो आप चेंज किमें करांगे कि जोड़ा आप गलवैनोमीटर लगाया होया उहदे विच कोई भी डिफ्लैक्शन ना आवे। तो हुण ਜਦੋਂ ਆਪਾਂ ਇਸ ਤਰ੍ਹਾਂ ਨੂੰ ਮੂਵ ਕਰਵਾਉਂਦੇ ਆ, ਤਾਂ ਫਿਰ ਆਪਣੇ ਕੋਲ ਇੱਕ ਲੈਂਥ ਦੀ ਵੈਲਿਊ ਆ ਜਾਊਗੀ। ਜਿਵੇਂ ਇੱਥੇ ਆਪਣੇ ਕੋਲੇ L ਦੀ ਵੈਲਿਊ ਆਈ ਸੀ, ਤਾਂ ਹੁਣ ਆਪਣੇ ਕੋਲੇ ਦੋ ਰਜਿਸਟੈਂਸ ਦੀਆਂ ਵੈਲਿਊਜ਼ ਨੇ R1 ਅਤੇ R2। ਤਾਂ ਫਸਟ ਪਾਰਟ ਜਿਹੜਾ ਆਪਾਂ AB ਲਿਆ ਸੀ ਉਹਦੇ ਕੋਰਸਪੋਂਡਿੰਗ ਲੈਂਥ ਦੀ ਵੈਲਿਊ ਆਪਣੇ ਕੋਲੇ ਸਪੋਜ਼ ਕਰਦੇ ਆ L1, AB ਕਿਹਦੇ ਇਕੁਅਲ ਆ ਜਾਊਗਾ L1, ਤਾਂ BC ਕਿਹਦੇ ਇਕੁਅਲ ਹੋ ਗਿਆ 100 ਮਾਈਨਸ L1। ਤਾਂ ਹੁਣ ਜਿਹੜੀ ਬ੍ਰਿਜ ਵਾਇਰ ਆਪਣੇ ਕੋਲ ਦਿੱਤੀ ਹੋਈ ਆ, ਹੁਣ ਉਹਦੀ ਆਪਾਂ ਰਜਿਸਟੈਂਸ ਫਾਈਂਡ ਕਰਨਾ ਆ, ਰਜਿਸਟੈਂਸ ਆਫ ਦੀ ਬ੍ਰਿਜ ਵਾਇਰ ਬਿਟਵੀਨ ਦੀ ਪੁਆਇੰਟਸ A ਐਂਡ B। तो वो अपने को की होगी रेशो आम P, सेम कंडीशन लगाई है जो आप फस्ट पॉइंट से किया, जी पिछे बाकी बच जूगी 100 माइनस L, वो अपने को की हो जूगी Q के प्रपोर्शनल। तो इतों रेशो आर्म्स की वैल्यू कितनी हो जूगी P बाई Q कि इक्वल आ गया L1 अपॉन 100 माइनस L1। हाँ नैक्सट अपने को की कंडीशन सी P बाई Q इज इक्वल टू R अपॉन X कि जी वैल्यू आप फाइंड करनी है। हम X की जगह तो अपने को इतने कि वैल्यू आ R1 की, तो कंपेयर किए तो R अपॉन R1 कि इक्वल आ जाऊगा L1 अपॉन 100 माइनस L1। तो इतों फिर आप R1 की वैल्यू फाइंड कर लेंगे। हम इस तरह हम जिथे आप R1 लगाया हुआ सी उत्थे आप की करना है R2 लगावांगे, जी आपू अननोन रजिस्टेंस की वैल्यू दी हुई है। तो फिर जो आप जॉकी मूव करवाना शुरू करते हैं, तो अपने को फिर एक वैल्यू आ जाऊगी ए बी दी, इनू आप सपोज करते हैं इतने L2 जी पिछे बाकी बच जूगी वो कितनी हो जूगी 100 माइनस L2। फिर हम आप इतने R1 की वैल्यू से फिर कंपेयर करके R2 की वैल्यू आप इस तरह कढ़ लवेंगे। तो हम दो इक्वेशनस आ गई अपने को, एक R1 की है तो एक R2 की है, दोनों ही अपने को रजिस्टेंस दी वैल्यूज़ ने जिन्होंने आप कंपेयर करना। जो हम कंपेयर करना चाहते तो आप इन्हों की करांगे डिवाइड करके आप L1 तो L2 की वैल्यू फाइंड कर लेंगे। नैक्सट है टू मैजर दी अननोन टैंपरेचर कि जो टैंपरेचर आप कितना उत्थे दिता हुआ सी वैल्यू फाइंड करनी। हम आपने इन्हों का पता है कि जो भी किसी कंडक्टर की रजिस्टेंस की गल करते हैं, तो जो टैंपरेचर इनक्रीज़ कर रहे हैं तो रजिस्टेंस ने भी की करना है इनक्रीज़ होना। तो रजिस्टेंस का टैंपरेचर के नाल की रिलेशन आ R इज इक्वल टू R0 1 प्लस अल्फा थीटा। 1 प्लस अल्फा थीटा अपने को क्या ब्रैकेट्स मल्टीप्लाई हो रहा R0 नाल। R0 अपने को किया 0 डिग्री टैंपरेचर के उपर कंडक्टर की रजिस्टेंस आ, तो अल्फा की अपने को टैंपरेचर कोफिशिएंट। इनू रीअरेंज करते इस इक्वेशन में, तो R माइनस R0 कि इक्वल आ जाऊगा R0 अल्फा थीटा। इतने R0 पहला 1 ना मल्टीप्लाई हो, फिर R0 ने अल्फा थीटा के नाल मल्टीप्लाई होना। हुण आप टैंपरेचर कितना सपोज करते हैं कि अपने को टैंपरेचर 100 डिग्री सैल्सीयस आ, तो R100 की वैल्यू पे कितनी आ जाऊगी R100 माइनस R0 इज इक्वल टू R0 अल्फा थीटा कितना अपने को इतने 100, तो आप 100 पुट कर देना। तो हम नैक्सट अपने को किया इन्होंने दोनों इक्वेशन में आप करते हैं डिवाइड करके वैल्यू फाइंड कर लवेंगे थीटा की, तो वो कितनी आ जाऊगी R माइनस R0 अपॉन R100 माइनस R0 इंटू 100। नैक्सट अपने को है पोटेंशियोमीटर। पोटेंशियोमीटर में आप कितने यूज़ करते हैं कि जोड़े अपने को दो सैल दिते हुए जे उन्होंने EMF कंपेयर करना चाहते हैं या इंटरनल रजिस्टेंस फाइंड करना चाहते हैं, तो उत्थे आप पोटेंशियोमीटर यूज़ करते हैं। तो पोटेंशियोमीटर का प्रिंसीपल की आ कि जे अपने को
कोई भी वायर दी हुई है जिसका क्रॉस सैक्शनल एरिया यूनीफॉर्म आ तो वो आप कॉन्सटेंट करंट की वैल्यू पास करते हैं तो वायर के किसी भी पोर्शन के अक्रॉस जिन्ना पोटेंशियल ड्रॉप होगा मतलब पोटेंशियल डिक्रीज आऊगा फॉल आऊगा और डायरैक्टली प्रपोर्शनल कि होगा उस पोर्शन की लेंथ के। तो हम ये कंस्ट्रक्शन की आ कि पोटेंशियोमीटर के अपने को की आ सैगमेंट ऑफ वायर्स कि जे हम आप बीटस्टोन की पिछे गल करके आती है तो वो सिर्फ आप एक वायर लगाई हुई सी जिहदी लेंथ अपने को कितनी सी 1 मीटर तो जिन्होंने आप 100 सेंटीमीटर के इक्वल लिख लेंगे हैं। बट पोटेंशियोमीटर के कि एक वायर नहीं लगी होंगी एक तो ज़्यादा वायर लगियां होंदियां तो हरेक वायर की लेंथ अपने को कितनी 1 मीटर मतलब 100 सेंटीमीटर तो 100 200 300 400 जिन्नियां वायर ने हरेक की लेंथ 100 सेंटीमीटर के इक्वल। तो हम इन्होंने वायरस में आप किमें लगाया हुआ है एक वुडन बोर्ड के उपर 2 थिक कॉपर स्ट्रिप्स के विचकार लगाए हुए आप जो आ सारे एंड ने उन्होंने विचकार आप इन्होंने वायरस में लगाया वो एंड आप कि उपर लगाए हुए हैं कॉपर स्ट्रिप्स ने जड़ियाँ कि एक वुडन बोर्ड के उपर तो ये ही आप एक मीटर रॉड लगाई हुई आ तो ये मीटर रॉड आप किमें लगाई आ पैरल जड़ियाँ आप उत्थे वायरस लगाई हुई ने तो ये ही आप एक एक्सुलरी या ड्राइवर बैटरी कनैक्ट करते हैं दोनों एंड के अक्रॉस। तो उस बैटरी ने की करना है वायर के विचों करंट में पास करना तो जिन्हों आप रियोस्टेट की हैल्प के नाल कॉन्सटेंट करते हैं। इतने अपने को रियोस्टेट आ हम ये थ्योरी के देखो अपने को की आ कि अपने को भी पोटेंशियल डिफरेंस आ वायर के किसी भी पोर्शन के अक्रॉस जिथे अपने को रजिस्टेंस की वैल्यू आ रहा तो जे हम ये करंट आई पास हो रहा तो ओम्स लॉ ने की डिफाइन किया V इज़ इक्वल टू आई आर कि V डायरैक्टली डिपेंड करता है आई के उपर तो आर अपने को की सी कॉन्सटेंट उसने आप नेम दिता रजिस्टेंस का तो ओम्स लॉ यूज़ करके आप लिख सकते हैं V इज़ इक्वल टू आई आर V अपने को की पोटेंशियल डिफरेंस आई की है करंट जो पास हो रहा आर रजिस्टेंस बट आप की स्पैसीफिक रजिस्टेंस की वैल्यू भी फाइंड की हुई है तो उतों आर कि इक्वल सी रो इंटू एल अपॉन ए इतने एल की अपने को हो जाएगी लेंथ ए एरिया ऑफ क्रॉस सैक्शन रो अपने को की है रजिस्टिविटी उस मटीरियल के लिए। तो हम इसे करके अपने को आर की वैल्यू पुट करा ओम्स लॉ की इक्वेशन के तो इतों भी कि इक्वल आ जाऊगा आई आर की वैल्यू कितनी होगी रो एल अपॉन ए। हम जो कॉन्सटेंट करंट में आप पास कर रहे हैं वायर के विचों जिहदा एरिया ऑफ क्रॉस सैक्शन यूनीफॉर्म आ तो आई तो ए अपने को की हो जाएंगे कॉन्सटेंट। हम गिवन वायर के लिए अपने को रो की वैल्यू भी की है कॉन्सटेंट होंगी है तो इसे करके वी कि इक्वल हो गया कॉन्सटेंट कॉन्सटेंट में आप के भी पुट कर सकते हैं तो वी डायरैक्टली डिपेंड कर जाएगा एल पर। हम इसे करके जे आप किसी भी वायर के विचों जी आप वुडन बोर्ड के उपर लगाई हुई सी पोटेंशियोमीटर के वह एरिया ऑफ क्रॉस सैक्शन अपने को दिता हुआ यूनीफॉर्म रह रहा तो कॉन्सटेंट के करंट में आप लगातार पास कर रहे हैं तो जोड़ा पोटेंशियल ड्रॉप आ गया वो लेंथ के डायरैक्टली प्रोपोर्शनल के हम ये एप्लीकेशनस की है कि जे अपने को सैल दिता होया तो आप EMF मेजर कर सकते हैं। तो हम ये की है कि जोड़ा अपना सैल गिवन आ उन्होंने आप इतने करैक्ट करना ए एंड के नाल पॉजिटिव एंड आप इस टर्मिनल कनैक्ट किया नैगेटिव गलवैनोमीटर के नाल गलवैनोमीटर के नाल आप जॉकी में अटैच किया तो इस जॉकी में ही आप इन्होंने वायर सैगमेंट्स के उपर मूव करवाने हैं। ए तो अपने को एमीटर आ जाऊगा इतने आप जी बैटरी लगाई हुई है रियोस्टेट तो की हम इन्होंने की है कि जो आप अननोन सैल के लिए EMF की वैल्यू में फाइंड करना चाहते हैं तो पोटेंशियोमीटर वायर में आप कैलीब्रेट करते हैं कैडमियम सैल के नाल तो स्टैंडर्ड कैडमियम सैल कि वह अपने को EMF की वैल्यू कितनी होती है 1.018 वोल्ट तो ये अपने को बहुत ज़्यादा टाइम के लिए कॉन्सटेंट रही है मतलब ये ज़्यादा चेंज नहीं आता। हम स्टैंडर्ड सैल का जो अपने को पॉजिटिव पोल आ उन्होंने आप टर्मिनल ए दे नाल कनैक्ट करते हैं तो नैगेटिव पोल में आप जॉकी के कनैक्ट करते हैं थ्रू आ गलवैनोमीटर के पहला एंड में आप गलवैनोमीटर ने कनैक्ट किया फिर गलवैनोमीटर के टर्मिनल तो आप जॉकी में कनैक्ट करवा रहे हैं तो एक्सुलरी बैटरी आप डैश कनैक्ट की हुई है एमीटर हो गया रियोस्टेट हो गया तो 1 वे की वो सारे आप एंड टर्मिनल्स ए तो बी के अक्रॉस लगाए जिमें आप डायग्राम के शो किया। हाँ जो जॉकी आप मूव करवाना शुरू करते हैं तो हम इन्होंने अपने को सारिया वैल्यूज़ इतने 200 तक ने फिर इतों शुरू होंगे 200 तो उपर वाली वैल्यूज़ 201 205 10 280 290 सारिया वैल्यूज़ इन्होंने आउणगियां। तो हम अपने को इतने आप नोट करते हैं कि इतने अपने को कितनी वैल्यू आ रही है तो हम वो जो आप देखते हैं कि जो आप मूव करवाना शुरू किया जॉकी में तो वो कितने जाके स्टॉप कर रहा कि गलवैनोमीटर ने डिफ्लैक्शन देनी बंद की 203.6 मार्क तो करंट में आप एडजस्ट किया है
ਰਿਓਸਟੈਟ ਦੀ ਹੈਲਪ ਦੇ ਨਾਲ ਤਾਂ ਕਿ ਗਲਵੈਨੋਮੀਟਰ ਕੋਈ ਵੀ ਡਿਫਲੈਕਸ਼ਨ ਸ਼ੋ ਨਾ ਕਰੇ। ਤਾਂ ਹੁਣ ਇਹਨੇ ਕੀ ਸ਼ੋ ਕਰਨਾ ਕਿ ਪੋਟੈਂਸ਼ੀਅਲ ਡ੍ਰੌਪ ਕਿਹਦੇ ਕ੍ਰਾਸ ਹੋਇਆ ਸੀਗਾ, ਜਦੋਂ ਵਾਇਰ ਦੀ ਲੈਂਥ 203.6 ਸੈਂਟੀਮੀਟਰ ਸੀਗੀ ਤੇ ਪੋਟੈਂਸ਼ੀਅਲ ਡ੍ਰੌਪ ਕਿੰਨਾ ਹੋ ਗਿਆ 1.018 ਵੋਲਟ, ਜਿਹੜਾ ਆਪਾਂ ਸਟੈਂਡਰਡ ਸੈੱਲ ਦੇ ਲਈ EMF ਦੀ ਵੈਲਿਊ ਕਹਿ ਕੇ ਚੱਲੇ ਹਾਂ। ਤਾਂ ਕਿਹਦੇ ਇਕੁਅਲ ਆਊਗਾ ਸਟੈਂਡਰਡ ਸੈੱਲ ਦੇ EMF ਦੀ। ਹੁਣ ਇਸੇ ਲਈ ਪੋਟੈਂਸ਼ੀਅਲ ਗ੍ਰੇਡੀਅੰਟ ਆਪਾਂ ਦੇਖਣਾ ਕਿ ਕਿੰਨਾ ਹੈ dV/dr। ਤਾਂ ਹੁਣ ਆਪਣੇ ਕੋਲ ਪੋਟੈਂਸ਼ੀਅਲ ਡ੍ਰੌਪ ਇੱਥੇ ਕਿੰਨਾ ਹੋ ਸੀਗਾ, ਚੇਂਜ ਕਿੰਨਾ ਆ ਰਿਹਾ, ਪੋਟੈਂਸ਼ੀਅਲ ਡਿਫਰੈਂਸ 1.018 ਵੋਲਟ, dV ਦੀ ਵੈਲਿਊ, ਲੈਂਥ ਕਿੰਨੀ ਸੀਗੀ ਇੱਕ ਉਹਦੇ ਕ੍ਰਾਸ 203.6 ਸੈਂਟੀਮੀਟਰ। ਤਾਂ ਇਹਨੂੰ ਸੋਲਵ ਕੀਤਾ ਤੇ ਕਿੰਨਾ ਆਪਣੇ ਕੋਲ ਆਂਸਰ ਆ ਜਾਊਗਾ 5 × 10⁻³ ਵੋਲਟ ਪਰ ਸੈਂਟੀਮੀਟਰ। ਹੁਣ ਜਿਹੜਾ ਆਪਾਂ ਪਹਿਲਾਂ ਸਟੈਂਡਰਡ ਸੈੱਲ ਲੈ ਕੇ ਚੱਲੇ ਸੀ ਉਹਨੂੰ ਆਪਾਂ ਰਿਪਲੇਸ ਕਰ ਦੇਣਾ ਕਿ ਜਿਹੜਾ ਆਪਾਂ ਨੂੰ ਇੱਥੇ ਸੈੱਲ ਦਿੱਤਾ ਇਹ ਅਨਨੋਨ, ਜਿਹਦੇ ਲਈ ਆਪਾਂ EMF ਦੀ ਵੈਲਿਊ ਨੂੰ ਫਾਈਂਡ ਕਰਨਾ ਚਾਹੁੰਦੇ ਹਾਂ। ਸਟੈਂਡਰਡ ਸੈੱਲ ਨੂੰ ਹਟਾ ਦੇਣਾ। ਹੁਣ ਜਦੋਂ ਅਨਨੋਨ ਸੈੱਲ ਆਪਾਂ ਲਗਾ ਰਹੇ ਹਾਂ ਤਾਂ ਕਰੰਟ ਦੀ ਵੈਲਿਊ ਜਦੋਂ ਆਪਾਂ ਪੋਟੈਂਸ਼ੀਓਮੀਟਰ ਦੇ ਵਿੱਚੋਂ ਪਾਸ ਕਰਵਾਵਾਂਗੇ ਤਾਂ ਉਹਨੂੰ ਚੇਂਜ ਨਹੀਂ ਕਰਨਾ। ਤਾਂ ਹੁਣ ਇਸੇ ਤਰ੍ਹਾਂ ਆਪਾਂ ਬੈਲੈਂਸ ਪੁਆਇੰਟ ਉਹਦੇ ਵਿੱਚ ਫਾਈਂਡ ਕਰ ਸਕਦੇ ਹਾਂ। ਤਾਂ ਹੁਣ ਜੇ ਆਪਾਂ ਸਪੋਜ਼ ਕਰੀਏ ਕਿ ਹੁਣ ਇਸ ਬੈਲੈਂਸਿੰਗ ਲੈਂਥ ਕਿੰਨੀ ਆਪਣੇ ਕੋਲੇ L ਸੈਂਟੀਮੀਟਰ ਦੇ ਵਿੱਚ ਆ ਰਹੀ ਆ, ਤਾਂ ਜਿੰਨਾ ਆਪਣੇ ਕੋਲੇ ਸਟੈਂਡਰਡ ਸੈੱਲ ਦਾ ਪੋਟੈਂਸ਼ੀਅਲ ਗ੍ਰੇਡੀਅੰਟ ਆਇਆ ਸੀ ਉਹਨੂੰ ਆਪਾਂ ਉਸ ਲੈਂਥ ਦੇ ਨਾਲ ਮਲਟੀਪਲਾਈ ਕਰ ਦਿੰਦੇ ਹਾਂ। ਤਾਂ ਇੱਥੋਂ E ਦੀ ਵੈਲਿਊ ਕਿੰਨੀ ਹੋ ਜਾਊਗੀ L × dV/dl। ਹੁਣ ਇਹਦੇ ਲਈ ਆਪਣੇ ਕੋਲ dV/dl ਪੋਟੈਂਸ਼ੀਅਲ ਗ੍ਰੇਡੀਅੰਟ ਦੀ ਵੈਲਿਊ ਸੀਗੀ 5 × 10⁻³ ਵੋਲਟ ਪਰ ਸੈਂਟੀਮੀਟਰ। L ਵੀ ਆਪਣੇ ਕੋਲ ਕੀ ਸੈਂਟੀਮੀਟਰ 'ਚ, ਤਾਂ ਸੈਂਟੀਮੀਟਰ ਤੇ ਸੈਂਟੀਮੀਟਰ ਇੱਕ ਨੂੰ ਨਿਊਟਰਲ ਕਰ ਦੇਣਗੇ, ਕੱਟ ਕਰ ਦੇਣਗੇ, ਤਾਂ ਯੂਨਿਟਸ ਕਿੰਨੀਆਂ ਰਹਿ ਗਈਆਂ ਇਕੱਲੀਆਂ ਵੋਲਟ ਦੇ ਵਿੱਚ। ਨੈਕਸਟ ਆਪਣੇ ਕੋਲ ਹੈਗਾ ਟੂ ਕੰਪੇਅਰ EMFs ਆਫ ਟੂ ਸੈੱਲ। ਤਾਂ ਹੁਣ ਇਹਨਾਂ ਦੇ ਲਈ ਆਪਣੇ ਕੋਲ ਕੀ ਦੋ ਸੈੱਲ ਦਿੱਤੇ ਹੋਣਗੇ, ਦੋਨੋਂ ਸੈੱਲ ਦੇ ਲਈ ਆਪਾਂ EMF ਦੀ ਵੈਲਿਊ ਨੂੰ ਕੰਪੇਅਰ ਕਰਨੀ ਹੈ ਕਿ ਕਿਹਦੀ ਕਿੰਨੀ ਵੈਲਿਊ ਆ ਰਹੀ ਆ। ਤਾਂ ਹੁਣ ਜਿਹੜੇ ਦੋ ਸੈੱਲ ਦਿੱਤੇ ਹੋਏ ਨੇ ਦੋਨੋਂ ਸੈੱਲਸ ਦੇ ਲਈ ਆਪਣੇ ਕੋਲ ਇੱਕ ਫਸਟ ਸੈੱਲ ਦੇ ਲਈ EMF ਦੀ ਵੈਲਿਊ ਕਿੰਨੀ ਆ E1, ਸੈਕਿੰਡ ਦੇ ਲਈ ਆਪਾਂ ਕੋਲ ਵੈਲਿਊ ਹੈਗੀ ਆ E2। ਤਾਂ ਉਹਨਾਂ ਨੂੰ ਆਪਾਂ ਇਸ ਸਰਕਟ ਨੂੰ ਯੂਜ਼ ਕਰਕੇ ਕੰਪੇਅਰ ਕਰ ਸਕਦੇ ਹਾਂ। ਤਾਂ ਹੁਣ ਇਹਨਾਂ ਦੇ ਲਈ ਜਿਹੜਾ ਪੋਜ਼ਿਟਿਵ ਪੋਲ ਆਪਣੇ ਕੋਲ ਦੋਨੋਂ ਸੈੱਲਸ ਦਾ ਉਹ ਆਪਾਂ A ਦੇ ਨਾਲ ਕਨੈਕਟ ਕੀਤਾ ਹੋਇਆ ਹੈ, ਤੇ ਜਿਹੜਾ ਨੈਗੇਟਿਵ ਪੋਲ ਆ ਦੋਨੋਂ ਸੈੱਲਸ ਦਾ ਉਹ ਆਪਾਂ ਟਰਮੀਨਲ 1 ਤੇ 2 ਜਿਹੜੀਆਂ 2 ਵੇ ਕੀਜ਼ ਲਗਾਈਆਂ ਨੇ ਉਹਨਾਂ ਦੇ ਨਾਲ ਕਨੈਕਟ ਕੀਤਾ। ਤੇ ਜਿਹੜਾ ਇਹਨਾਂ ਦਾ ਕਾਮਨ ਟਰਮੀਨਲ ਹੋਊਗਾ ਉਹ ਆਪਾਂ ਕਿੱਥੇ ਜਾ ਕੇ ਕਨੈਕਟ ਕਰਾਂਗੇ, ਇੱਕ ਜੋਕੀ ਦੇ ਨਾਲ। ਇਸ ਜੋਕੀ ਨੂੰ ਹੀ ਆਪਾਂ ਮੂਵ ਕਰਵਾਉਂਦੇ ਹਾਂ। ਤੇ ਜੋਕੀ ਨੂੰ ਆਪਾਂ ਕਿਵੇਂ ਕਨੈਕਟ ਕੀਤਾ ਹੈ, ਜਿਹੜੀ ਆਪਾਂ ਇਹਦੇ ਵਿੱਚ ਯੂਜ਼ ਕਰਦੇ ਹਾਂ ਥਰੂ ਆ ਗਲਵੈਨੋਮੀਟਰ G। ਹੁਣ ਐਗਜ਼ੂਲਰੀ ਤੇ ਡਰਾਈਵਰ ਬੈਟਰੀ ਜਿਹੜੀ ਆਪਾਂ ਲਗਾਈ ਹੈ EMF E ਦੀ, ਇੱਕ ਐਮੀਟਰ A ਲਗਾਇਆ ਆਪਾਂ, ਰਿਓਸਟੈਟ ਉਹ ਯੂਜ਼ ਕਰ ਰਹੇ ਹਾਂ, ਇੱਕ 1 ਵੇ ਕੀ ਆ ਸਾਰਾ ਆਪਾਂ ਪਿਛਲੀ ਡਾਇਗਰਾਮ 'ਚ ਕੀਤਾ ਸੀ। ਐਮੀਟਰ ਆ, ਇੱਕ ਆਪਾਂ ਡਰਾਈਵਰ ਬੈਟਰੀ ਹੈ, ਰਿਓਸਟੈਟ, 1 ਵੇ ਕੀ। ਇੱਥੇ ਆਪਣੇ ਕੋਲ 2 ਵੇ ਕੀ ਆਊਗੀ, ਦੋਨੋਂ ਆਪਣੇ ਕੋਲ ਸੈੱਲ ਹੋ ਗਏ ਜਿਨ੍ਹਾਂ ਦਾ EMF ਕੰਪੇਅਰ ਕਰਨਾ, ਗਲਵੈਨੋਮੀਟਰ ਤੇ ਰੈਜ਼ਿਸਟੈਂਸ। ਚੌਕੀ ਨੂੰ ਆਪਾਂ ਕਿਵੇਂ ਕਨੈਕਟ ਕੀਤਾ ਹੋਇਆ ਰੈਜ਼ਿਸਟੈਂਸ ਦੇ ਇੱਕ ਐਂਡ ਦੇ ਨਾਲ ਥਰੂ ਗਲਵੈਨੋਮੀਟਰ। ਆਪਾਂ ਥਿਊਰੀ ਦੇ ਸਾਰੇ ਪਹਿਲਾਂ ਡਾਇਗਰਾਮ ਐਕਸਪਲੇਨ ਕਰਨੀ ਕਿ ਕਿਵੇਂ ਕਿਵੇਂ ਕੰਸਟਰਕਸ਼ਨ ਕੀਤੀ ਹੋਈ ਆ। ਹੁਣ ਨੈਕਸਟ ਆਪਣੇ ਕੋਲ ਕੀ ਆ ਕਿ ਜਦੋਂ ਜਿਹੜੇ ਪੋਜ਼ਿਟਿਵ ਪੋਲ ਦਿੱਤਾ ਹੋਇਆ ਦੋਨੋਂ ਸੈਲਸ ਦਾ ਉਹ ਆਪਾਂ ਕਿਵੇਂ ਕਨੈਕਟ ਕੀਤਾ ਹੈ ਐਗਜ਼ੂਲਰੀ ਬੈਟਰੀ ਦੇ ਪੋਜ਼ਿਟਿਵ ਐਂਡ ਦੇ ਨਾਲ, ਤੇ ਕਾਮਨ ਪੁਆਇੰਟ ਜਿਹੜਾ A ਆਪਾਂ ਲੈ ਕੇ ਚੱਲੇ ਸੀ ਉੱਥੇ ਹੀ ਆਪਾਂ ਦੋਨੋਂ ਸੈਲਸ ਨੂੰ ਕਨੈਕਟ ਕਰਨਾ। ਹੁਣ ਆਪਾਂ ਕੀ ਨੋਟ ਕਰਦੇ ਹਾਂ ਕਿ ਐਗਜ਼ੂਲਰੀ ਬੈਟਰੀ ਜਿਹੜਾ EMF ਆ ਉਹ ਹਮੇਸ਼ਾ ਹੀ ਜ਼ਿਆਦਾ ਹੋਊਗਾ, ਕਿੰਨਾ ਦੇ ਨਾਲੋਂ ਜ਼ਿਆਦਾ ਆਊਗਾ ਕਿ ਦੋਨੋਂ ਸੈਲਸ ਦਾ ਜਿਹੜਾ EMF ਇਧਰ ਆਫ ਦੀ ਟੂ ਸੈਲਸ ਦੋਨਾਂ ਦੇ ਵਿੱਚੋਂ ਜਿਹੜਾ EMF ਆਪਾਂ ਲੈ ਕੇ ਚੱਲੇ ਉਹਨਾਂ ਤੋਂ ਜ਼ਿਆਦਾ। ਹੁਣ EMF ਨੂੰ ਜੇ ਆਪਾਂ ਕੰਪੇਅਰ ਕਰਨਾ ਚਾਹੁੰਦੇ ਹਾਂ ਤਾਂ ਇੱਕ ਕੌਨਸਟੈਂਟ ਕਰੰਟ ਦੀ ਵੈਲਿਊ ਨੂੰ ਆਪਾਂ ਪੋਟੈਂਸ਼ੀਓਮੀਟਰ ਦੇ ਵਾਇਰ ਵਿੱਚੋਂ ਪਾਸ ਕਰਵਾਉਣਾ ਸ਼ੁਰੂ ਕਰਦੇ ਹਾਂ A ਤੇ B ਦੇ ਵਿਚਕਾਰ ਜਿਹੜੀਆਂ ਆਪਾਂ ਵਾਇਰਸ ਲਗਾਈਆਂ ਹੋਈਆਂ ਨੇ। ਤਾਂ ਹੁਣ ਕਰੰਟ ਨੂੰ ਆਪਾਂ ਕੌਨਸਟੈਂਟ ਰੱਖਾਂਗੇ ਕਿਹਦੀ ਹੈਲਪ ਦੇ ਨਾਲ, ਰਿਓਸਟੈਟ ਨਾਲ। ਰਿਓਸਟੈਟ ਜਿਹੜਾ ਆਪਾਂ ਇਸ ਐਂਡ ਤੇ ਲਗਾਇਆ ਹੋਇਆ। ਹੁਣ ਜਦੋਂ ਪਲੱਗ ਨੂੰ ਆਪਾਂ ਇਨਸਰਟ ਕਰਦੇ ਹਾਂ ਮਤਲਬ ਕੀ ਨੂੰ ਫਿੱਟ ਕਰ ਦਿੰਦੇ ਹਾਂ ਤਾਂ ਹੀ ਕੀ ਹੋਊਗਾ ਕਿ ਆਪਣੇ ਕੋਲ ਜਿਹੜਾ ਟਰਮੀਨਲ 1 ਤੇ 3 ਆਪਾਂ ਆਹ ਚੀਜ਼ ਲਈ ਹੋਈ ਆ। ਹੁਣ ਜਦੋਂ ਆਪਾਂ ਇੱਥੇ ਕਨੈਕਟ ਕਰਦੇ ਹਾਂ ਤਾਂ ਇਹਦੇ ਨਾਲ E1 ਨੇ ਸਰਕਟ ਦੇ ਅੰਦਰ ਐਂਟਰ ਹੋ ਜਾਣਾ, ਮਤਲਬ ਇਹਦੇ ਵਿੱਚੋਂ ਹੀ ਆਪਾਂ EMF ਲੈ ਕੇ ਚੱਲਾਂਗੇ। ਤਾਂ ਹੁਣ ਟਰਮੀਨਲ 1 ਤੇ 3 ਜਿਹੜਾ ਆਪਾਂ 2 ਵੇ ਕੀ ਦੇ ਵਿਚਕਾਰ ਲਗਾਇਆ ਹੋਇਆ ਹੈ ਉੱਥੇ ਆਪਾਂ ਪਲੱਗ ਨੂੰ ਇਨਸਰਟ ਕਰਨਾ, ਮਤਲਬ ਕੀ ਨੂੰ ਲਗਾ ਰਹੇ ਹਾਂ ਤਾਂ EMF E1 ਜਿਹੜਾ ਆਪਣੇ ਕੋਲ ਫਸਟ ਸੈੱਲ ਦਾ ਦਿੱਤਾ ਹੋਇਆ ਸੀ ਉਹ ਸਰਕਟ ਦੇ ਵਿੱਚ ਆ ਜਾਊਗਾ ਤੇ E2 ਨੇ ਕੋਈ ਵੀ ਪਾਰਟਿਸਿਪੇਟ ਇਹਦੇ ਵਿੱਚ ਨਹੀਂ ਕਰਨਾ। ਹੁਣ ਇਹਦੇ ਲਈ ਆਪਾਂ ਬੈਲੈਂਸਿੰਗ ਲੈਂਥ ਸਪੋਜ਼ ਕਰਦੇ ਹਾਂ ਕਿ ਕਿੰਨੀ ਹੈ ਆਪਣੇ ਕੋਲ L1। ਤਾਂ ਹੁਣ X ਜੇ ਇਹਦੇ ਲਈ ਰੈਜ਼ਿਸਟੈਂਸ ਪਰ ਯੂਨਿਟ ਲੈਂਥ ਹੋਊਗੀ ਤਾਂ ਇਹਦੇ ਕਰਕੇ ਆਪਣੇ ਕੋਲ ਕਰੰਟ ਕਿੰਨਾ ਪਾਸ ਹੋ ਰਿਹਾ ਇਹਦੇ ਵਿੱਚੋਂ I। ਤਾਂ ਇਹਦੇ ਨਾਲ ਆਪਾਂ E1 ਦੀ ਵੈਲਿਊ ਲਿਖ ਸਕਦੇ ਹਾਂ E1 = X L1 × I।
ਹੁਣ ਜੇ ਆਪਾਂ ਪਿੱਛੇ ਪੋਟੈਂਸ਼ੀਅਲ ਦੀ ਵੈਲਿਊ ਫਾਈਂਡ ਕੀਤੀ ਸੀ ਤਾਂ ਉੱਥੇ ਆਪਣੇ ਕੋਲ ਕੀ ਰਿਲੇਸ਼ਨ ਬਣਿਆ ਸੀਗਾ, V ਇਜ਼ ਇਕੁਅਲ ਟੂ ਕੌਨਸਟੈਂਟ ਇਨਟੂ ਲੈਂਥ, V ਇਜ਼ ਇਕੁਅਲ ਟੂ KL, ਆਪਾਂ K ਨੂੰ ਕੋਈ ਵੀ ਕੌਨਸਟੈਂਟ ਲਿਖ ਲਿਆ ਸੀ। ਤਾਂ ਨੈਟ ਰਿਜ਼ਲਟ ਆਇਆ ਸੀ ਕਿ V ਡਾਇਰੈਕਟਲੀ ਪ੍ਰਪੋਰਸ਼ਨਲ ਸੀਗਾ ਆਪਣੇ ਕੋਲੇ ਲੈਂਥ ਦੇ, ਜਿਹੜੀ ਉਸ ਵਾਇਰ ਦੀ ਆਈ ਸੀਗੀ। ਤਾਂ ਹੁਣ ਇਸੇ ਕਰਕੇ ਆਪਾਂ ਨੂੰ ਕੀ ਲਿਖ ਸਕਦੇ ਹਾਂ, E1 ਇਜ਼ ਇਕੁਅਲ ਟੂ KL1, ਕਿਉਂਕਿ ਇਹ ਆਪਣੇ ਕੋਲੇ ਕੀ ਆ, ਕੌਨਸਟੈਂਟ। ਤਾਂ ਨੈਕਸਟ ਹੁਣ ਆਪਣੇ ਕੋਲੇ ਕੀ ਇਹਦੇ ਵਿੱਚੋਂ ਕਿ ਜੇ ਹੁਣ ਕੀ ਨੂੰ ਆਪਾਂ ਟਰਮੀਨਲ 2 ਤੇ 3 ਦੇ ਵਿਚਕਾਰ ਲਗਾਉਂਦੇ ਹਾਂ ਤਾਂ E2 ਸਰਕਟ ਦੇ ਅੰਦਰ ਪਾਰਟਿਸਿਪੇਟ ਕਰੂਗਾ, E1 ਨੇ ਪਾਰਟਿਸਿਪੇਟ ਨਹੀਂ ਕਰਨਾ। ਤੇ ਇਹਦੇ ਲਈ ਆਪਣੇ ਕੋਲੇ ਵੈਲਿਊ ਕਿੰਨੀ ਹੋ ਜੂਗੀ, E2 ਦੀ XL2 ਇੰਟੂ I। ਹੁਣ ਦੋਨੋਂ ਇਕੁਏਸ਼ਨਸ ਦੇ ਵਿੱਚ ਆਪਾਂ EMF ਦੀ ਵੈਲਿਊ ਫਾਈਂਡ ਕੀਤੀ ਹੈ ਦੋਨੋਂ ਸੈਲਸ ਦੇ ਲਈ, ਤਾਂ ਇਹਨਾਂ ਨੂੰ ਡਿਵਾਈਡ ਕਰਕੇ ਆਪਣੇ ਕੋਲੇ ਰਿਲੇਸ਼ਨ ਕੀ ਆ ਜਾਊਗਾ, E1 ਅਪੋਨ E2 ਇਜ਼ ਇਕੁਅਲ ਟੂ L1 ਅਪੋਨ L2, ਕਿਉਂਕਿ X ਤੇ I ਇਹਨਾਂ ਦੇ ਵਿੱਚ ਕੀ ਸੀ ਆਪਣੇ ਕੋਲੇ ਇੱਕ ਦੂਜੇ ਨਾਲ ਕੱਟ ਹੋ ਜਾਣਗੇ ਕੌਨਸਟੈਂਟ। ਹੁਣ ਇੰਟਰਨਲ ਰੈਜ਼ਿਸਟੈਂਸ ਦੀ ਵੈਲਿਊ ਆਪਾਂ ਫਾਈਂਡ ਕਰਨੀ ਹੈ ਸੈੱਲ ਦੀ। ਤਾਂ ਹੁਣ ਇਹਨਾਂ ਦੇ ਵਿੱਚ ਕੀ ਆਪਣੇ ਕੋਲੇ ਕੀ ਆ ਕਿ ਕਿਸੇ ਵੀ ਸੈੱਲ ਦੀ ਜੇ ਆਪਣੇ ਕੋਲੇ EMF E ਦਿੱਤਾ ਹੋਇਆ ਤੇ ਇੰਟਰਨਲ ਰੈਜ਼ਿਸਟੈਂਸ ਆਪਾਂ ਫਾਈਂਡ ਕਰਨਾ ਚਾਹੁੰਦੇ ਆ, ਤਾਂ ਆਪਾਂ ਇਸ ਤਰ੍ਹਾਂ ਸਰਕਟ ਨੂੰ ਸੈੱਟ ਕਰਾਂਗੇ। ਤਾਂ ਇਹਨਾਂ ਦੇ ਲਈ ਹੁਣ ਜਿਹੜੀ ਐਕਸਿਲਰੀ ਬੈਟਰੀ ਯੂਜ਼ ਕੀਤੀ ਆਪਾਂ, ਉਹਦੇ ਲਈ EMF ਦੀ ਵੈਲਿਊ ਆਪਣੇ ਕੋਲੇ ਕਿੰਨੀ ਆ, E ਡੈਸ਼। ਤੇ ਇਹਨਾਂ ਦੇ ਲਈ ਫਿਰ ਕੌਨਸਟੈਂਟ ਕਰੰਟ ਆਪਾਂ I ਨੂੰ ਪਾਸ ਕਰਾਂਗੇ, ਜਿਹੜੀ ਪੋਟੈਂਸ਼ੀਓਮੀਟਰ ਦੀ ਵਾਇਰ ਆ ਉਹਨੂੰ ਫਿਰ ਕਿ ਆਪਾਂ ਕਿਵੇਂ ਕੌਨਸਟੈਂਟ ਕਰ ਸਕਦੇ ਹਾਂ, ਰਿਓਸਟੈਟ ਦੀ ਹੈਲਪ ਦੇ ਨਾਲ। ਹੁਣ ਇਹ ਨੈਕਸਟ ਸਟੈਪ ਆਪਣੇ ਕੋਲੇ ਕੀ ਆ ਕਿ ਜਦੋਂ ਆਪਾਂ K2 ਜਿਹੜੀ ਹੈਗੀ ਆ K2 ਆ ਕੀ, ਉਹਨਾਂ ਨੂੰ ਆਪਾਂ ਬਾਹਰ ਰੱਖਦੇ ਹਾਂ ਤੇ ਜੋਕੀ ਨੂੰ ਮੂਵ ਕਰਵਾਉਣਾ ਸ਼ੁਰੂ ਕਰਦੇ ਹਾਂ ਕਿ ਲਗਾਤਾਰ ਆਪਾਂ ਉਸ ਕੀ ਨੂੰ ਬਾਹਰ ਨਹੀਂ ਕੱਢ ਰਹੇ, ਉਹਦੇ ਅੰਦਰ ਹੀ ਆਪਾਂ ਰੱਖਿਆ ਹੋਇਆ। ਤੇ ਜੇ ਆਪਾਂ K2 ਨੂੰ ਲਗਾਵਾਂਗੇ ਤਾਂ ਹੀ ਆਪਣੇ ਕੋਲੇ ਇਸ ਸੈੱਲ ਨੇ ਸਰਕਟ ਦੇ ਅੰਦਰ ਪਾਰਟਿਸਿਪੇਟ ਕਰਨਾ ਹੈ। ਜੇ ਇੱਥੇ ਆਪਾਂ ਕੀ ਨੂੰ ਨਹੀਂ ਲਗਾ ਰਹੇ ਤਾਂ ਜਿਹੜਾ ਆਪਣੇ ਕੋਲੇ ਸੈੱਲ ਦਿੱਤਾ ਹੋਊਗਾ ਉਹ ਸਰਕਟ ਦੇ ਅੰਦਰ ਪਾਰਟਿਸਿਪੇਟ ਨਹੀਂ ਕਰੂਗਾ। ਤਾਂ ਹੁਣ ਇਹਦੇ ਲਈ ਇੰਟਰਨਲ ਰੈਜ਼ਿਸਟੈਂਸ ਦੀ ਵੈਲਿਊ ਆਪਣੇ ਕੋਲੇ ਕਿੰਨੀ ਆ, R। ਨੈਕਸਟ ਦੇ ਵਿੱਚ ਕੀ ਹੈ ਕਿ ਜਦੋਂ ਆਪਾਂ ਜੋਕੀ ਨੂੰ ਮੂਵ ਕਰਵਾਉਣਾ ਸ਼ੁਰੂ ਕਰਦੇ ਹਾਂ ਤਾਂ ਆਪਾਂ ਬੈਲੈਂਸਿੰਗ ਲੈਂਥ ਕਿੰਨੀ ਫਾਈਂਡ ਕਰਦੇ ਹਾਂ, ਇਹਦੇ ਵਿੱਚ L1 ਆ। ਤਾਂ ਉਹ ਕਿਹੜੇ ਦੇ ਵਿਚਕਾਰ ਆ ਰਹੀ ਆ ਜਦੋਂ ਆਪਾਂ ਇੱਥੋਂ A ਐਂਡ ਤੋਂ ਮੂਵ ਕਰਵਾਉਣਾ ਸ਼ੁਰੂ ਕਰਦੇ ਹਾਂ ਜੋਕੀ ਨੂੰ। ਤੇ X ਜੇ ਆਪਣੇ ਕੋਲੇ ਰੈਜ਼ਿਸਟੈਂਸ ਪਰ ਯੂਨਿਟ ਲੈਂਥ ਹੋ ਜੂਗੀ ਵਾਇਰ ਦੀ, ਤਾਂ ਆਪਣੇ ਕੋਲੇ E ਦੀ ਵੈਲਿਊ ਕਿੰਨੀ ਹੋ ਜੂਗੀ, EMF ਦੀ, ਫਿਰ XL1 ਇੰਟੂ I। ਨੈਕਸਟ ਸੇਮ ਸਟੈਪ ਲਗਾਉਣਾ ਵਿਦ ਦੀ ਹੈਲਪ ਆਫ ਰੈਜ਼ਿਸਟੈਂਸ ਬਾਕਸ S ਆਪਣੇ ਕੋਲੇ ਕੀ ਹੁੰਦੀ, ਸ਼ੰਟ। ਤਾਂ ਇਹਨਾਂ ਦੇ ਵਿੱਚ ਕੀ ਆ, ਫਿਰ ਆਪਾਂ ਰੈਜ਼ਿਸਟੈਂਸ ਨੂੰ ਜਦੋਂ ਇੰਟਰੋਡਿਊਸ ਕਰਵਾਉਂਦੇ ਆ ਸੇ S, ਫਿਰ K2 ਜਿਹੜੀ ਕੀ ਦਿੱਤੀ ਹੋਈ ਆ K2 ਜਿਹਨੂੰ ਆਪਾਂ ਨੋਟੇਸ਼ਨ ਦੇ ਕੇ ਚੱਲੇ ਆ ਉਹਨੂੰ ਲਗਾਉਂਦੇ ਆ। ਤਾਂ ਫਿਰ ਆਪਾਂ ਬੈਲੈਂਸ ਪੁਆਇੰਟ ਫਾਈਂਡ ਕਰਨਾ ਚਾਹੁੰਦੇ ਆ, ਟਰਮੀਨਲ ਪੋਟੈਂਸ਼ੀਅਲ ਡਿਫਰੈਂਸ ਆ V ਦੋਨੋਂ ਪੋਲਸ ਦੇ ਐਂਡ ਤੇ ਅਕ੍ਰੋਸ ਤੇ L2 ਆਪਣੇ ਕੋਲ ਲਿਖਿਆ ਬੈਲੈਂਸਿੰਗ ਲੈਂਥ। ਤਾਂ ਇੱਥੋਂ V ਦੀ ਵੈਲਿਊ ਕਿੰਨੀ ਆ ਜੂਗੀ, XL2I। ਤਾਂ ਹੁਣ ਫਿਰ ਆਪਣੇ ਕੋਲੇ ਵੈਲਿਊਜ਼ ਕਿੰਨੀਆਂ ਹੋ ਗਈਆਂ, ਇੱਥੇ ਸੀਗਾ ਆਪਣੇ ਕੋਲੇ EMF E, ਇੱਥੇ ਆਪਣੇ ਕੋਲੇ ਕੀ ਆ ਪੋਟੈਂਸ਼ੀਅਲ ਡਿਫਰੈਂਸ, ਇੱਥੇ ਸੀਗਾ ਇਲੈਕਟ੍ਰੋਮੋਟਿਵ ਫੋਰਸ ਕਿ ਜਦੋਂ ਆਪਾਂ ਸਰਕਟ ਦੇ ਅੰਦਰ ਸੈੱਲ ਨੂੰ ਨਹੀਂ ਲਗਾਇਆ ਹੋਇਆ, ਇਹਦੇ ਵਿੱਚ ਆਪਾਂ ਸਰਕਟ ਦੇ ਅੰਦਰ ਸੈੱਲ ਨੂੰ ਲਗਾਇਆ ਹੋਇਆ। ਤਾਂ ਇੱਥੇ ਆਪਾਂ ਕਹਿ ਕੇ ਚੱਲੇ ਸੀ ਪਲੱਗ ਇਨ ਦੀ ਕੀ K2 ਇਜ਼ ਕੈਪਟ ਆਊਟ, ਕਿ ਇਹਨੂੰ ਆਪਾਂ ਬਾਹਰ ਹੀ ਰੱਖਿਆ ਹੋਇਆ, ਤਾਂ ਹੀ ਆਪਣੇ ਕੋਲ ਇੱਥੇ ਇਲੈਕਟ੍ਰੋਮੋਟਿਵ ਫੋਰਸ ਆਇਆ ਸੀਗਾ, ਇੱਥੇ ਆਪਣੇ ਕੋਲੇ ਪੋਟੈਂਸ਼ੀਅਲ ਡਿਫਰੈਂਸ ਆ। ਹੁਣ ਦੋਨਾਂ ਦੇ ਵਿੱਚ ਆਪਣੇ ਕੋਲੇ XI ਸੇਮ ਰਹਿ ਰਿਹਾ, ਸਿਰਫ ਲੈਂਥ ਦੇ ਵਿੱਚ ਵੇਰੀਏਸ਼ਨ ਆ ਰਹੀ ਆ, ਇੱਕ ਦੇ ਵਿੱਚ L1 ਆ ਤੇ ਇੱਕ ਦੇ ਵਿੱਚ L2 ਆ। ਦੋਨਾਂ ਨੂੰ ਡਿਵਾਈਡ ਕਰ ਦਿਓ ਤਾਂ E ਅਪੋਨ V ਕਿਹਦੇ ਇਕੁਅਲ ਆ ਜਾਊਗਾ, L1 ਅਪੋਨ L2। ਤਾਂ ਇੰਟਰਨਲ ਰੈਜ਼ਿਸਟੈਂਸ ਦੀ ਵੈਲਿਊ ਫਿਰ ਕਿੰਨੀ ਆ ਜਾਊਗੀ, R ਕਿਹਦੇ ਇਕੁਅਲ ਆ ਗਿਆ, A ਅਪੋਨ V ਮਾਈਨਸ 1 ਇੰਟੂ S। ਤਾਂ ਆਪਾਂ ਇਸ ਤਰ੍ਹਾਂ ਨੈਟ ਰਿਜ਼ਲਟ ਇਹਨਾਂ ਦਾ ਫਾਈਂਡ ਕਰ ਲੈਣਾ। ਤਾਂ ਇਹ ਚੀਜ਼ ਦਾ ਤੁਸੀਂ ਧਿਆਨ ਰੱਖਿਓ, ਮੈਂ ਪਹਿਲਾਂ ਇੱਦਾਂ ਗਲਤੀ ਨਾਲ ਕਹਿ ਗਈ ਸੀ ਕਿ ਇਹਦੇ ਵਿੱਚ ਆਪਾਂ ਜਿਹੜੀ ਲਗਾਈ ਹੋਈ ਹੈ K2 ਉਹਨੂੰ ਅੰਦਰ ਪਲੱਗ ਇਨ ਕੀਤਾ ਹੋਇਆ, ਬਟ ਆਪਾਂ ਇਹਨੂੰ ਬਾਹਰ ਰੱਖਣਾ, ਫਿਰ ਹੀ ਆਪਣੇ ਕੋਲ ਇਲੈਕਟ੍ਰੋਮੋਟਿਵ ਫੋਰਸ ਆਊਗਾ। ਜੇ ਪਲੱਗ ਇਨ ਕਰ ਦੇਵਾਂਗੇ ਸਰਕਟ ਦੇ ਅੰਦਰ ਸੈੱਲ ਪਾਰਟਿਸਿਪੇਟ ਕਰੂਗਾ ਤਾਂ ਹੀ ਆਪਣੇ ਕੋਲ ਇੱਥੇ ਵੈਲਿਊ ਆਊਗੀ ਪੋਟੈਂਸ਼ੀਅਲ ਡਿਫਰੈਂਸ ਦੀ। ਤਾਂ ਇਸ ਤਰ੍ਹਾਂ ਆਪਾਂ ਸਾਰੀਆਂ ਵੈਲਿਊਜ਼ ਨੂੰ ਯੂਜ਼ ਕਰ ਦੇਣਾ ਕਿ E ਅਪੋਨ V ਦੀ ਵੈਲਿਊ ਕਿੰਨੀ ਸੀਗੀ, L1 ਅਪੋਨ L2 ਮਾਈਨਸ 1 ਇੰਟੂ S। ਫਿਰ ਇਹਨਾਂ ਦਾ ਐਲਸੀਐਮ ਲਵਾਂਗੇ ਤਾਂ L1 ਮਾਈਨਸ L2 ਅਪੋਨ L2 ਇੰਟੂ S। ਇਸ ਤਰ੍ਹਾਂ ਇਹ ਆਪਣਾ ਚੈਪਟਰ ਕੰਪਲੀਟ ਆ। ਥੈਂਕ ਯੂ।